हाँ जी, बहुत ही प्यारे विद्यार्थियों, मेरा नाम अंजना कुमारी, पंजाबी अध्यापका, सरकारी सीनियर सैकेंडरी स्कूल करमगढ़। ਆਪਾਂ ਅੱਗੇ ਸਵੇਰ ਦੀ ਸਭਾ ਦੇ ਵਿੱਚ ਜਦੋਂ ਹੀ ਕੋਈ ਮਹਾਨ ਸ਼ਖਸੀਅਤ ਜਿਹੜੀ ਸਾਹਿਤ ਨਾਲ ਸੰਬੰਧਿਤ ਹੁੰਦੀ ਸੀ, ਉਹਦਾ ਜਨਮ ਦਿਨ ਆਉਂਦਾ ਸੀ ਤਾਂ ਆਪਾਂ ਸਵੇਰ ਦੀ ਸਭਾ ਦੇ ਵਿੱਚ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਂਦੀ ਸੀ। ਪਰ ਹੁਣ ਕਰੋਨਾ ਮਹਾਮਾਰੀ ਦੌਰਾਨ ਆਪਾਂ ਇਹ ਜਾਣਕਾਰੀ ਤੁਹਾਨੂੰ ਮੈਂ ਇਸ ਵੀਡੀਓ ਰਾਹੀਂ ਦੇ ਰਹੀ ਹਾਂ ਕਿ ਆਪਣੇ ਜ਼ਿਲ੍ਹੇ ਦੇ ਮਹਾਨ ਸ਼ਖਸੀਅਤ ਜਿਨ੍ਹਾਂ ਦੀ ਤੁਸੀਂ ਸਕਰੀਨ 'ਤੇ ਤਸਵੀਰ ਦੇਖ ਰਹੇ ਹੋ, ਪੰਜਾਬੀ ਗਲਪ ਦੇ ਬਾਦਸ਼ਾਹ ਰਾਮ ਸਰੂਪ ਅਣਖੀ। ਰਾਮ ਸਰੂਪ ਅਣਖੀ ਬੱਚਿਓ, ਤੁਸੀਂ ਨਾਮ ਸੁਣਿਆ ਹੋਊਗਾ। ਇਹਨਾਂ ਦਾ ਇਸ ਵਾਰ 99ਵਾਂ ਜਨਮ ਦਿਨ ਮਨਾਇਆ ਗਿਆ ਹੈ। ਸਾਰੀਆਂ ਹੀ ਸਾਹਿਤਕ ਸਭਾਵਾਂ ਵੱਲੋਂ ਸਾਹਿਤਕ ਗੋਸ਼ਟੀਆਂ ਕਰਕੇ ਇਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਨਾਲੇ ਇਹਨਾਂ ਨੂੰ ਯਾਦ ਕੀਤਾ ਗਿਆ। ਪੰਜਾਬੀ ਗਲਪ ਦੇ ਬਾਦਸ਼ਾਹ, ਇਹਨਾਂ ਨੇ ਕਵਿਤਾਵਾਂ ਵੀ ਲਿਖੀਆਂ, ਕਹਾਣੀਆਂ ਵੀ ਲਿਖੀਆਂ ਅਤੇ ਇਹਨਾਂ ਨੇ ਨਾਵਲ ਵੀ ਲਿਖੇ। ਇਹਨਾਂ ਬਾਰੇ ਜਾਣਕਾਰੀ ਦਿੰਦਿਆਂ ਮੈਂ ਦੱਸਦੀ ਹਾਂ ਕਿ ਇਹਨਾਂ ਦਾ ਪੂਰਾ ਨਾਮ ਹੈ ਜਿਹੜਾ ਰਾਮ ਸਰੂਪ ਅਣਖੀ ਹੈ। ਜਨਮ ਹੈ ਜਿਹੜਾ 28 ਅਗਸਤ 1932 ਨੂੰ ਪਿੰਡ ਧੌਲਾ, ਜ਼ਿਲ੍ਹਾ ਬਰਨਾਲਾ, ਪੰਜਾਬ ਦੇ ਵਿੱਚ ਹੋਇਆ ਅਤੇ ਇਹਨਾਂ ਦੀ ਮੌਤ 14 ਫਰਵਰੀ 2010 ਨੂੰ ਹੋਈ ਸੀ। ਧੌਲਾ ਵਿਖੇ 77 ਸਾਲ ਦੀ ਉਮਰ ਭੋਗ ਕੇ ਇਹ ਆਪਣੀ ਜੀਵਨ ਯਾਤਰਾ ਪੂਰੀ ਕਰਕੇ ਗਏ। ਅਤੇ ਇਹਨਾਂ ਦੇ ਜਿਹੜੇ ਜੀਵਨ ਸਾਥਣ ਸੀ, ਉਹਨਾਂ ਦਾ ਨਾਂ ਹੈ ਸ਼ੋਭਾ ਅਣਖੀ। ਇਹਨਾਂ ਦੇ 3 ਬੱਚੇ ਸੀ, 3 ਪੁੱਤ ਸੀ ਅਤੇ 2 ਧੀਆਂ ਸਨ। ਅਤੇ ਇਹਨਾਂ ਦਾ ਜਿਹੜਾ ਸਾਹਿਤਕ ਜੀਵਨ ਹੈ ਬੱਚਿਓ, ਸਾਹਿਤਕ ਜੀਵਨ ਦੀ ਸ਼ੁਰੂਆਤ ਇਹਨਾਂ ਨੇ ਪੜ੍ਹਦਿਆਂ ਹੀ ਸ਼ੁਰੂ ਹੋ ਗਈ ਸੀ। ਜਦੋਂ ਇਹ 9ਵੀਂ ਕਲਾਸ ਦੇ ਵਿੱਚ ਸੀ, 9ਵੀਂ ਕਲਾਸ ਦੇ ਵਿੱਚ ਇਹਨਾਂ ਨੇ ਆਪਣੀ ਜਿਹੜੀ ਸਕੂਲੀ ਪੜ੍ਹਾਈ ਹੈ ਉਹ ਬਰਨਾਲਾ ਦਾ ਜਿਹੜਾ ਬੋਆਏ ਸਕੂਲ, ਜਿਹਦਾ ਨਾਮ ਤੁਸੀਂ ਸੁਣਿਆ ਹੋਊਗਾ, ਅਤੇ ਉਸ ਦੇ ਵਿੱਚ ਇਹਨਾਂ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ। ਅਤੇ ਆਪਣੇ ਸਕੂਲ ਦੇ ਮਾਣਯੋਗ ਪ੍ਰਿੰਸੀਪਲ ਸ਼੍ਰੀ ਰਾਜੇਸ਼ ਕੁਮਾਰ ਜੀ ਵੀ ਇਹਨਾਂ ਦੇ ਨਾਲ ਪੜ੍ਹਦੇ ਰਹੇ ਨੇ, ਉਹਨਾਂ ਦੇ ਸਾਥੀ ਰਹੇ ਨੇ ਅਤੇ ਇਹਨਾਂ ਦੇ ਨਾਲ ਸਾਂਝ ਰਹੀ ਹੈ। ਆਪਣੇ ਲਈ ਇਹ ਬੜੇ ਮਾਣ ਦੀ ਗੱਲ ਨੇ। ਅਤੇ ਰਾਮ ਸਰੂਪ ਅਣਖੀ ਜੀ ਨੇ ਜਿਹੜੇ ਇਹਨਾਂ ਨੇ 9ਵੀਂ ਕਲਾਸ ਦੇ ਵਿੱਚ ਹੀ ਕਵਿਤਾਵਾਂ ਲਿਖਣੀਆਂ ਉਹ ਸ਼ੁਰੂ ਕਰ ਦਿੱਤੀਆਂ ਸਨ। 9ਵੀਂ ਕਲਾਸ ਦੇ ਵਿੱਚ ਇਹਨਾਂ ਨੇ ਆਪਣੀਆਂ ਕਵਿਤਾਵਾਂ ਲੈ ਕੇ ਇੱਕ ਅਣਖੀ ਨਾਂ ਦਾ ਰਸਾਲਾ ਹੈ ਜਿਹੜਾ ਉਹ ਛਪਵਾਉਣਾ ਚਾਹਿਆ ਸੀ। ਉਸ ਉਮਰ ਦੇ ਵਿੱਚ, ਛੋਟੀ ਉਮਰੇ ਕੀਤਾ ਇਹ ਵੱਡਾ ਉਪਰਾਲਾ ਸੀ ਅਤੇ ਕਾਫੀ ਯਤਨਾਂ ਦੇ ਬਾਵਜੂਦ ਵੀ ਉਹ ਰਸਾਲਾ ਹੈ ਜਿਹੜਾ ਛਪ ਨਾ ਸਕਿਆ। ਪਰੰਤੂ ਅਣਖੀ ਨਾਮ ਹੈ ਜਿਹੜਾ ਉਹ ਇਹਨਾਂ ਦੇ ਨਾਮ ਦੇ ਨਾਲ ਜੁੜ ਗਿਆ। ਰਾਮ ਸਰੂਪ ਤੋਂ ਇਹਨਾਂ ਨੂੰ ਰਾਮ ਸਰੂਪ ਅਣਖੀ ਕਿਹਾ ਜਾਣ ਲੱਗ ਪਿਆ। ਉਸ ਤੋਂ ਬਾਅਦ ਇਹਨਾਂ ਦੀਆਂ ਕਿਤਾਬਾਂ ਦਾ ਸਫ਼ਰ, ਸਾਹਿਤਕ ਸਫ਼ਰ ਆ ਜਿਹੜਾ ਉਹ ਸ਼ੁਰੂ ਹੁੰਦਾ ਏ। ਅਤੇ ਜਿਉਂ ਹੀ ਇਹ ਆਪਣੀ ਪੜ੍ਹਾਈ ਦੇ ਲਈ ਅੱਗੇ ਤੁਰਦੇ ਨੇ, ਪਟਿਆਲਾ ਜਾਂਦੇ ਨੇ, ਤਾਂ ਉੱਥੇ ਇਹ ਆਪਣੀਆਂ ਕਵਿਤਾਵਾਂ ਦੇ ਸਫ਼ਰ ਤੋਂ 2 ਇਹਨਾਂ ਨੇ ਆਪਣੇ ਕਾਵਿ ਸੰਗ੍ਰਹਿ ਛਪਵਾਏ। ਮਟਕ ਚਾਨਣਾ ਇਹ ਅਤੇ ਕਣਕਾਂ ਦੀ ਕਹਾਣੀ, ਇਹ ਇਹਨਾਂ ਦੇ 2 ਕਾਵਿ ਸੰਗ੍ਰਹਿ ਸੀ। ਉਸ ਤੋਂ ਬਾਅਦ ਇਹਨਾਂ ਨੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਸੀ ਸੁੱਤਾ ਨਾਗ, ਅਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਕਹਾਣੀਆਂ, ਨਾਵਲ ਨਾਲ ਚੱਲਦੇ ਰਹੇ ਅਤੇ ਨਾਲ ਇਹਨਾਂ ਨੇ ਕਵਿਤਾਵਾਂ ਵੀ ਲਿਖੀਆਂ। 5 ਇਹਨਾਂ ਦੇ ਕਾਵਿ ਸੰਗ੍ਰਹਿ ਸੀ। ਉਸ ਤੋਂ ਬਾਅਦ 250 ਤੋਂ ਵੱਧ ਇਹਨਾਂ ਨੇ ਕਹਾਣੀਆਂ ਲਿਖੀਆਂ, ਜਿਨ੍ਹਾਂ ਦੇ ਵਿੱਚੋਂ 100 ਕਹਾਣੀਆਂ ਦਾ ਹਿੰਦੀ ਵਿੱਚ ਅਨੁਵਾਦ ਹੋਇਆ। ਅਲੱਗ-ਅਲੱਗ ਪੱਤਰਕਾਵਾਂ ਦੇ ਵਿੱਚ ਇਹ ਲੱਗਦੀਆਂ ਰਹੀਆਂ। ਇਹਨਾਂ ਦੀ ਖਾਸ ਪਹਿਚਾਣ ਬਣੀ। ਇਹਨਾਂ ਦਾ ਪਹਿਲਾ ਨਾਵਲ ਆ ਜਿਹੜਾ 1970 ਦੇ ਵਿੱਚ ਕੋਠੇ ਖੜਕ ਸਿੰਘ, ਬਹੁਤ ਹੀ ਮਸ਼ਹੂਰ ਨਾਵਲ ਹੋਇਆ ਅਤੇ 1987 ਵਿੱਚ ਉਸ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਪਿਆਰੇ ਵਿਦਿਆਰਥੀਓ, ਉਸ ਤੋਂ ਬਾਅਦ ਇਹਨਾਂ ਦੇ ਨਾਵਲਾਂ ਦੀ ਲੜੀ ਹੈ ਜਿਹੜੀ ਸ਼ੁਰੂ ਹੋ ਗਈ। ਹਰ ਸਾਲ ਇਹ ਇੱਕ ਨਾਵਲ ਆ ਜਿਹੜਾ ਆਪਣਾ ਲਿਖ ਦਿੰਦੇ ਸੀ ਅਤੇ ਇੰਨਾ ਮਸ਼ਹੂਰ ਹੁੰਦਾ ਸੀ ਉਹ ਕਿ ਅਣਖੀ ਦਾ ਨਾਮ ਆ ਜਿਹੜਾ ਸਾਹਿਤ ਜਗਤ ਦੇ ਵਿੱਚ ਧਰੂ ਤਾਰੇ ਵਾਂਗ ਚਮਕਣ ਲੱਗ ਪਿਆ ਸੀ। ਉਹਨਾਂ ਦੇ ਨਾਵਲ ਹਿੰਦੀ, ਅੰਗਰੇਜ਼ੀ, ਗੁਜਰਾਤੀ, ਮਰਾਠੀ, ਉਰਦੂ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋਏ ਅਤੇ ਉਹਨਾਂ ਦੇ ਨਾਵਲਾਂ ਉੱਪਰ ਫਿਲਮਾਂ ਵੀ ਬਣੀਆਂ। ਉਹਨਾਂ ਨੇ ਸਭ ਤੋਂ ਪਹਿਲਾਂ ਕਵਿਤਾਵਾਂ ਲਿਖੀਆਂ ਸੀ, ਉਸ ਤੋਂ ਬਾਅਦ ਨਾਵਲ ਜਿਵੇਂ ਪਰਦਾ ਤੇ ਰੌਸ਼ਨੀ, ਸੁਲਗਦੀ ਰਾਤ, ਪ੍ਰਤਾਪੀ, ਦੁੱਲੇ ਦੀ ਢਾਬ, ਕੋਠੇ ਖੜਕ ਸਿੰਘ, ਭੀਮਾ, ਜ਼ਮੀਨਾਂ ਵਾਲੇ, ਢਿੱਡ ਦੀ ਆਂਦਰ, ਸਰਦਾਰੋ, ਹਮੀਰਗੜ੍ਹ, ਜੱਸੀ ਸਰਪੰਚ, ਅਛਰਾ ਦਾਦੂ, ਸਲਫਾਸ, ਜ਼ਖਮੀ ਤੀਤ, ਕੱਖਾਂ ਕਾਨਿਆਂ ਦੇ ਪੁੱਲ।
ਜਿੰਨੀ ਸਿਰ ਸੋਹਣ ਪੱਟੀਆਂ ਕਣਕਾਂ ਦਾ ਕਤਲਾਮ, ਬਸ ਹੋਰ ਨਹੀਂ। ਗੇਲੋ ਗੇਲੋ ਜਿਹੜੀ ਇਹਨਾਂ ਦਾ ਨਾਵਲ ਸੀ, ਉਸ 'ਤੇ ਫਿਲਮ ਵੀ ਬਣੀ ਹੋਈ ਹੈ। ਅਤੇ ਕਹਾਣੀ ਸੰਗ੍ਰਹਿ ਨੇ ਉਹਨਾਂ ਦੇ ਸੁੱਤਾ ਨਾਗ, ਕੱਚਾ ਧਾਗਾ, ਮਨੁੱਖ ਦੀ ਮੌਤ, ਟੀਸੀ ਦਾ ਬੇਰ, ਖਾਰਾ ਦੁੱਧ, ਕੈਦਨ, ਅੱਧਾ ਆਦਮੀ, ਕਦੋਂ ਫਿਰਨਗੇ ਦਿਨ, ਕਿੱਧਰ ਜਾਵਾਂ, ਛੱਡ ਕੇ ਨਾ ਜਾ, ਮਿੱਟੀ ਦੀ ਜਾਤ, ਹੱਡੀਆਂ। ਇਸੇ ਤਰ੍ਹਾਂ ਚਿੱਟੀ ਕਬੂਤਰੀ, ਸਵਾਲ ਦਰ ਸਵਾਲ, ਇਸ ਤਰ੍ਹਾਂ ਵਾਰਤਕ ਵੀ ਉਹਨਾਂ ਨੇ ਲਿਖੇ। ਕਿਵੇਂ ਲੱਗਿਆ ਇੰਗਲੈਂਡ, ਉਹਨਾਂ ਦਾ ਸਫ਼ਰਨਾਮਾ ਏ। ਮਲੇ ਝਾੜੀਆਂ ਅਤੇ ਆਪਣੀ ਮਿੱਟੀ ਦੇ ਰੁੱਖ, ਇਹਨਾਂ ਦੀ ਸਵੈ ਜੀਵਨੀ ਹੈ। ਆਪਣਾ ਸਾਰਾ ਜੀਵਨ ਸੰਘਰਸ਼ ਉਹਨਾਂ ਨੇ ਇਹਦੇ ਵਿੱਚ ਲਿਖਿਆ ਏ। ਬਹੁਤ ਹੀ ਵਧੀਆ ਇਹ ਕਿਤਾਬਾਂ ਨੇ। ਜੇ ਕਿਤੇ ਤੁਹਾਨੂੰ ਸਮਾਂ ਮਿਲੇ ਜ਼ਰੂਰ ਇਹਨਾਂ ਨੂੰ ਪੜ੍ਹਿਓ ਅਤੇ ਬਾਕੀ ਸਾਰੀ ਉਮਰ ਕਿਤਾਬਾਂ ਦੇ ਨਾਲ ਰਿਹੋ, ਤਾਂ ਕਿ ਤੁਹਾਨੂੰ ਕੋਈ ਵੀ ਗਲਤ ਦਿਸ਼ਾ 'ਤੇ ਲਿਜਾ ਨਾ ਸਕੇ। ਇਸ ਮਹਾਨ ਸਾਹਿਤਕਾਰ ਨੂੰ ਸਾਰੇ ਵਧੀਆ ਤੋਂ ਵਧੀਆ ਮਹਾਨ ਇਨਾਮ ਸਨਮਾਨ ਜਿਹੜੇ ਮਿਲੇ, ਇਹਨਾਂ ਦੀ ਝੋਲੀ ਪਏ। ਮਾਂ ਬੋਲੀ ਦੀ ਸੇਵਾ ਕਰਦਿਆਂ ਇਹਨਾਂ ਨੂੰ ਸਾਹਿਤਕ ਅਕਾਦਮੀ ਪੁਰਸਕਾਰ 1987 ਵਿੱਚ ਕੋਠੇ ਖੜਕ ਸਿੰਘ ਨਾਵਲ ਦੇ ਉੱਤੇ ਮਿਲਿਆ। ਉਸ ਤੋਂ ਬਾਅਦ ਭਾਸ਼ਾ ਵਿਭਾਗ ਨੇ ਇਹਨਾਂ ਨੂੰ 3 ਵਾਰ ਸਨਮਾਨਿਤ ਕੀਤਾ। ਬਲਰਾਜ ਸਾਹਨੀ ਅਵਾਰਡ ਮਿਲਿਆ, ਭਾਰਤੀ ਭਾਸ਼ਾ ਪਰਿਸ਼ਦ ਦਾ ਇਨਾਮ ਮਿਲਿਆ, ਕਰਤਾਰ ਸਿੰਘ ਧਾਲੀਵਾਲ ਇਨਾਮ ਮਿਲਿਆ, ਬਾਬਾ ਫਰੀਦ ਅਵਾਰਡ ਮਿਲਿਆ, ਸਰਵਸ਼੍ਰੇਸ਼ਠ ਸਾਹਿਤਕਾਰ ਦਾ ਸਨਮਾਨ ਇਹਨਾਂ ਨੂੰ 2009 ਵਿੱਚ ਮਿਲਿਆ। ਅਜਿਹੇ ਮਹਾਨ ਸਾਹਿਤਕਾਰ ਜਿਹੜੇ ਆਪਣੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਹਨ, ਅਤੇ ਇਹਨਾਂ ਦੀ ਜਿਹੜਾ ਸਾਹਿਤਕ ਜੀਵਨ ਹੈ ਉਹ ਅੰਤਰਰਾਸ਼ਟਰੀ ਪੱਧਰ 'ਤੇ ਆਪਣੀਆਂ ਪੈੜਾਂ ਏ ਉਹ ਜਮਾ ਚੁੱਕਿਆ ਏ। ਅਤੇ ਇਹ ਉਹਨਾਂ ਦੀਆਂ ਕਿਤਾਬਾਂ ਦੇ ਸਰਵਰਕ ਨੇ, ਜਿਨ੍ਹਾਂ ਨੂੰ ਦੇਖ ਕੇ ਹੀ ਪੜ੍ਹਨ ਦੀ ਇੱਛਾ ਹੈ ਜਿਹੜੀ ਉਹ ਜਾਗ ਪੈਂਦੀ ਹੈ। ਜੇ ਤੁਸੀਂ ਕਦੇ ਲਾਇਬ੍ਰੇਰੀ ਜਾਓ, ਜ਼ਰੂਰ ਰਾਮ ਸਰੂਪ ਅਣਖੀ ਜੀ ਨੂੰ ਯਾਦ ਕਰੋ। ਨਵੇਂ ਸਾਹਿਤਕਾਰ ਬਣੋ। ਜੇ ਤੁਸੀਂ ਪੁਰਾਣੇ ਸਾਰੇ ਮਸ਼ਹੂਰ ਕਿਤਾਬਾਂ ਨੂੰ ਪੜ੍ਹੋਗੇ ਤਾਂ ਹੀ ਤੁਹਾਡੇ ਵਿੱਚ ਲਿਖਣ ਦੀ ਜਿਹੜੀ ਜਾਂਚ ਹੈ ਉਹ ਆਊਗੀ। ਕਿਤਾਬਾਂ ਨੂੰ ਪੜ੍ਹਨ ਦੇ ਨਾਲ ਹੀ ਕਿਤਾਬਾਂ ਜਿਹੜੀਆਂ ਉਹ ਲਿਖੀਆਂ ਜਾਂਦੀਆਂ। ਪਹਿਲਾਂ ਅਸੀਂ ਕਵਿਤਾਵਾਂ ਲਿਖਦੇ ਹਾਂ ਕੱਚੀਆਂ ਪੱਕੀਆਂ, ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਕਹਾਣੀਆਂ ਸੋਚਦੇ ਹਾਂ, ਪਾਤਰ ਘੜਦੇ ਹਾਂ, ਅਤੇ ਇਸ ਤਰ੍ਹਾਂ ਅੱਖਰ ਜਿਹੜੇ ਉਹ ਸਾਨੂੰ ਕਈ ਵਾਰ ਇੰਨੀਆਂ ਬੁਲੰਦੀਆਂ 'ਤੇ ਲੈ ਜਾਂਦੇ ਆ ਕਿ ਸਾਡੇ ਵਰਗਾ ਕੋਈ ਨਹੀਂ ਬਣ ਸਕਦਾ। ਇਸ ਲਈ ਸ਼ਬਦ ਗੁਰੂ ਦੇ ਜੇ ਤੁਸੀਂ ਲੜ ਲੱਗੋਗੇ ਤਾਂ ਜ਼ਰੂਰ ਹੀ ਤੁਹਾਡੀ ਜਿਹੜੇ ਮਾਣ ਸਨਮਾਨ ਹੈ, ਮਾਂ ਬੋਲੀ ਤੁਹਾਡੀ ਝੋਲੀ ਪਾਊਗੀ। ਅਤੇ ਮਾਂ ਬੋਲੀ ਦੀ ਸੇਵਾ ਹੈ ਜਿਹੜੀ ਉਹ ਸਭ ਤੋਂ ਵਡਮੁੱਲੀ ਸੇਵਾ ਹੈ। ਅੱਜ ਦੇ ਲਈ ਇੰਨਾ ਹੀ। ਤੁਸੀਂ ਸਾਰਿਆਂ ਨੇ ਇਸ ਨੂੰ ਯਾਦ ਰੱਖਣਾ ਅਤੇ ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਨੂੰ ਪੜ੍ਹਨਾ ਹੈ। ਧੰਨਵਾਦ।